हाँ जी स्टूडेंट्स वेलकम करते हैं ਤੁਹਾਡਾ ਤੋਂ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਰਾਜਨੀਤੀ ਸ਼ਾਸਤਰ ਦਾ ਅਰਥ ਸ਼ਾਸਤਰ ਨਾਲ ਸੰਬੰਧ ਤੇ ਰਾਜਨੀਤੀ ਸ਼ਾਸਤਰ ਦਾ ਜਿਹੜੇ ਕਿ ਸਮਾਜ ਸ਼ਾਸਤਰ ਨਾਲ ਸੋਸ਼ੋਲੋਜੀ ਨਾਲ ਕੀ ਸੰਬੰਧ ਹੈ ਤੇ ਜਿਹੜੇ ਕਿ ਇਕਨੋਮਿਕਸ ਨਾਲ ਕੀ ਸੰਬੰਧ ਹੈ, ਇਹ ਦੋਨੋਂ ਕੁਐਸਚਨ ਆਪਾਂ ਇਸ ਵੀਡੀਓ 'ਚ ਕਰਾਂਗੇ। ਹਾਂਜੀ, ਪਹਿਲਾਂ ਆਪਾਂ ਦੇਖਦੇ ਹਾਂ ਅਰਥ ਸ਼ਾਸਤਰ ਨਾਲ ਰਾਜਨੀਤੀ ਦੇ ਸੰਬੰਧ। ਠੀਕ ਹੈ ਵੀ ਅਰਥ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਦੇ ਵਿੱਚ ਕੀ ਸੰਬੰਧ ਹੈ, ਪੋਲੀਟੀਕਲ ਸਾਇੰਸ ਦਾ ਕੀ ਰਿਲੇਸ਼ਨ ਹੈ ਇਕਨੋਮਿਕਸ ਦੇ ਨਾਲ। ਹਾਂਜੀ, ਪਹਿਲਾਂ ਆਪਾਂ ਦੇਖਦੇ ਹਾਂ ਵੀ ਅਰਥ ਸ਼ਾਸਤਰ ਹੁੰਦਾ ਕੀ ਆ, ਵਟ ਇਜ਼ ਇਕਨੋਮਿਕਸ। ਅਰਥ ਸ਼ਾਸਤਰ ਮਾਨਵ ਵਿਗਿਆਨ ਦੀ ਉਹ ਸ਼ਾਖਾ ਜਿਹੜੀ ਕਿ ਮਨੁੱਖ ਦੀਆਂ ਆਰਥਿਕ ਜਿਹੜੇ ਕਿ ਇਕਨੋਮਿਕ ਐਕਟੀਵਿਟੀਜ਼ ਨੇ ਉਹਨਾਂ ਨਾਲ ਸੰਬੰਧਿਤ ਹੁੰਦੀਆਂ। ਮਨੁੱਖ ਦੇ ਜਿਹੜੇ ਕਿ ਆਰਥਿਕ ਕਿਰਿਆਵਾਂ ਨੇ, ਆਰਥਿਕ ਐਕਟੀਵਿਟੀਜ਼ ਨੇ ਉਹਨਾਂ ਨਾਲ ਸੰਬੰਧਿਤ ਹੁੰਦੀ ਹੈ ਅਤੇ ਇਹ ਸਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਾ ਕਿ ਵਿਅਕਤੀ ਧਨ ਕਿਸ ਤਰੀਕੇ ਨਾਲ ਕਮਾਉਂਦਾ, ਕਿਵੇਂ ਪੈਸੇ ਕਮਾਉਂਦਾ ਅਤੇ ਪੈਸੇ ਕਮਾਉਣ ਦੀ ਕੀ ਪ੍ਰਣਾਲੀ ਹੈ ਅਤੇ ਉਹ ਕਿਸ ਤਰੀਕੇ ਨਾਲ ਇਸ ਨੂੰ ਖਰਚ ਕਰਦਾ। ਇਹ ਸਾਰੀਆਂ ਚੀਜ਼ਾਂ ਦਾ ਆਨਸਰ ਆਪਾਂ ਨੂੰ ਜਿਹੜੇ ਕਿ ਆਰਥਿਕ ਪਾਲਿਸੀ ਤੋਂ ਮਿਲਦਾ, ਉਹਨੂੰ ਆਪਾਂ ਕਹਿੰਦੇ ਹਾਂ ਆਰਥਿਕ ਜਿਹੜੇ ਕਿ ਆਰਥਿਕ ਕਿਰਿਆਵਾਂ ਆਪਾਂ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ। ਅਤੇ ਅਰਥ ਸ਼ਾਸਤਰ ਮੁੱਖ ਤੌਰ 'ਤੇ ਧਨ ਦੇ ਉਤਪਾਦਨ, ਠੀਕ ਹੈ, ਵੰਡ, ਖਰਚ ਦੀਆਂ ਵਿਧੀਆਂ ਨਾਲ ਸੰਬੰਧਿਤ ਹੈ। ਅਤੇ ਇਕਨੋਮਿਕਸ ਮਤਲਬ ਕਿ ਇਹ ਜਿਹੜੇ ਕਿ ਪੈਸੇ ਨਾਲ ਸੰਬੰਧਿਤ ਹੈ। ਅਤੇ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੇ ਵਿੱਚ ਬਹੁਤ ਨੇੜੇ ਦਾ ਸੰਬੰਧ ਹੈ ਅਤੇ ਬਹੁਤ ਲੰਬੇ ਸਮੇਂ ਤੱਕ ਅਰਥ ਸ਼ਾਸਤਰ ਨੂੰ ਜਿਹੜੇ ਕਿ ਰਾਜ ਵਿਗਿਆਨ ਦਾ ਹੀ ਹਿੱਸਾ ਮੰਨਿਆ ਜਾਂਦਾ ਸੀ, ਇਕਨੋਮਿਕਸ ਨੂੰ ਪੋਲੀਟੀਕਲ ਸਾਇੰਸ ਦਾ ਹੀ ਹਿੱਸਾ ਮੰਨਿਆ ਜਾਂਦਾ ਸੀ ਕਾਫੀ ਲੰਬੇ ਸਮੇਂ ਤੱਕ। ਅਤੇ ਯੂਨਾਨੀ ਵਿਦਵਾਨ ਇਸੇ ਵਿਸ਼ੇ ਨੂੰ ਰਾਜਨੀਤਿਕ ਅਰਥ ਵਿਵਸਥਾ ਦਾ ਨਾਂ ਦਿੰਦੇ ਨੇ। ਠੀਕ ਹੈ, ਅਤੇ ਪ੍ਰਸਿੱਧ ਜਿਹੜਾ ਅਰਥ ਸ਼ਾਸਤਰੀ ਸੀ ਐਡਮ ਸਮਿਥ ਨੇ ਰਾਜਨੀਤੀ ਅਰਥ ਵਿਵਸਥਾ ਦੇ ਉਦੇਸ਼ ਦੱਸੇ ਨੇ। ਉਹ ਦੱਸਦਾ ਸੀ ਰਾਜਨੀਤਿਕ ਅਰਥ ਵਿਵਸਥਾ ਦੇ ਵੀ ਇੱਕ ਤਾਂ ਲੋਕਾਂ ਦੇ ਗੁਜ਼ਾਰੇ ਲਈ ਕਾਫੀ ਜ਼ਿਆਦਾ ਧਨ ਜੁਟਾਉਣਾ, ਕਾਫੀ ਜ਼ਿਆਦਾ ਧਨ ਮਤਲਬ ਕਿ ਇਕੱਠਾ ਕਰਨਾ ਗੁਜ਼ਾਰੇ ਲਈ। ਦੂਜਾ, ਰਾਜ ਦੇ ਪ੍ਰਸ਼ਾਸਨ ਲਈ ਕਾਫੀ ਆਮਦਨ ਪ੍ਰਦਾਨ ਕਰਨਾ। ਹਾਂਜੀ, ਜਿਸ ਵਿਸ਼ੇ ਦਾ ਉਦੇਸ਼ ਰਾਜ ਦੇ ਪ੍ਰਸ਼ਾਸਨ ਦੇ ਲਈ, ਰਾਜ ਦੇ ਪ੍ਰਸ਼ਾਸਨ ਢਾਂਚੇ ਦੇ ਲਈ ਜਿਹੜੇ ਕਿ ਆਮਦਨ ਦੇ ਸਾਧਨਾਂ ਦਾ ਪ੍ਰਬੰਧ ਕਰਨਾ ਹੁੰਦਾ ਅਤੇ ਉਸ ਵਿਸ਼ੇ ਦਾ ਆਪਾਂ ਕਹਿ ਸਕਦੇ ਹਾਂ ਕਿ ਸੁਭਾਵਿਕ ਤੌਰ 'ਤੇ ਰਾਜਨੀਤੀ ਸ਼ਾਸਤਰ ਨਾਲ ਸੰਬੰਧ ਹੋਣਾ ਕੁਦਰਤੀ ਗੱਲ। ਠੀਕ ਹੈ, ਅਤੇ ਦੋਨੋਂ ਹੀ ਵਿਸ਼ੇ ਮਨੁੱਖੀ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਨੇ, ਭਾਵ ਕਿ ਚਾਹੇ ਆਪਾਂ ਕਹਿ ਦਈਏ ਅਰਥ ਸ਼ਾਸਤਰ, ਚਾਹੇ ਆਪਾਂ ਕਹਿ ਦਈਏ ਇਕਨੋਮਿਕਸ, ਇਹਨਾਂ ਦੋਨਾਂ ਹੀ ਵਿਸ਼ੇ ਮਨੁੱਖੀ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਨੇ ਅਤੇ ਦੋਨੋਂ ਇੱਕ ਦੂਜੇ ਨੂੰ ਆਪਣੇ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਦੇ ਵਿੱਚ ਇੱਕ ਦੂਜੇ ਲਈ ਸਹਾਇਕ ਸਿੱਧ ਹੁੰਦੇ ਨੇ। ਹਾਂਜੀ, ਇਹ ਦੋਨੋਂ ਅਰਥ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਕੀ ਦਿੰਦਾ ਅਤੇ ਰਾਜਨੀਤੀ ਸ਼ਾਸਤਰ ਅਰਥ ਸ਼ਾਸਤਰ ਤੋਂ ਕੀ ਲੈਂਦਾ, ਆਪਾਂ ਇਹ ਦੇਖਦੇ ਹਾਂ। ਫਿਰ ਇਹਨਾਂ 'ਚ ਅੰਤਰ। ਹਾਂਜੀ, ਰਾਜਨੀਤੀ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਦੇਣ ਕੀ ਆ, ਵੀ ਰਾਜਨੀਤੀ ਸ਼ਾਸਤਰ ਅਰਥ ਸ਼ਾਸਤਰ ਨੂੰ ਕੀ ਦਿੰਦਾ। ਤਾਂ ਫਸਟ ਕੀ ਹੈ, ਜਾਂ ਆਪਾਂ ਕਹਿ ਸਕਦੇ ਵੀ ਅਰਥ ਸ਼ਾਸਤਰ ਨੂੰ ਰਾਜਨੀਤੀ ਸ਼ਾਸਤਰ ਦੀ ਕਿਉਂ ਲੋੜ ਹੈ। ਠੀਕ ਹੈ, ਫਸਟ ਕੀ ਹੈ ਕਿ ਆਰਥਿਕ ਵਿਕਾਸ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਆ। ਹਾਂਜੀ, ਜੇ ਇੱਕ ਚੰਗੇ ਤਰੀਕੇ ਨਾਲ ਜਿਹੜੇ ਕਿ ਆਪਾਂ ਕਹਿ ਸਕੀਏ ਕਿ ਆਰਥਿਕ ਵਿਕਾਸ ਹੋਵੇ, ਇਕਨੋਮਿਕ ਡਿਵੈਲਪਮੈਂਟ ਹੋਵੇ, ਇਕਨੋਮਿਕ ਪ੍ਰੋਗਰੈਸ ਹੋਵੇ, ਤਾਂ ਉਹਦੇ ਲਈ ਕੀ ਜ਼ਰੂਰੀ ਹੈ ਕਿ ਰਾਜਨੀਤਿਕ ਸਥਿਰਤਾ ਹੋਣੀ ਜ਼ਰੂਰੀ ਹੈ। ਰਾਜ ਦੇ ਵਿੱਚ ਸ਼ਾਂਤੀ ਜਿਹੜਾ ਕਿ ਅਤੇ ਵਿਵਸਥਾ ਬਣੀ ਵੀ ਹੋਣੀ ਜ਼ਰੂਰੀ ਚਾਹੀਦੀ ਹੈ। ਠੀਕ ਹੈ, ਤਾਂ ਹੀ ਰਾਜਨੀਤਿਕ ਪ੍ਰਣਾਲੀਆਂ ਅਗਰ ਸਹੀ ਹੋਣਗੇ, ਆਪਣੇ ਜਿਹੜੇ ਕਿ ਕਾਰਜਗੁਜ਼ਾਰੀ ਵਧੀਆ ਕਰਨਗੇ, ਤਾਂ ਆਰਥਿਕ ਵਿਕਾਸ ਆ ਜਿਹੜੇ ਕਿ ਉਹ ਚੱਲਦਾ ਰਹੂਗਾ। ਠੀਕ ਹੈ, ਆਰਥਿਕ ਵਿਕਾਸ ਆ ਜਿਹੜੇ ਕਿ ਉਹ ਮੁੱਖ ਤੌਰ 'ਤੇ ਰਾਜਨੀਤਿਕ ਪ੍ਰਣਾਲੀ ਦੀ ਚੰਗੀ ਕਾਰਜਗੁਜ਼ਾਰੀ ਅਤੇ ਉਹਦੀ ਸਥਿਰਤਾ 'ਤੇ ਡਿਪੈਂਡ ਕਰਦਾ। ਅੱਗੇ ਹੈ ਸ਼ਾਸਨ ਪ੍ਰਣਾਲੀ ਦਾ ਸਰੂਪ ਆਰਥਿਕ ਢਾਂਚੇ ਨੂੰ ਪ੍ਰਭਾਵਿਤ ਕਰਦਾ। ਹਾਂਜੀ, ਜਿਹੜੇ ਸ਼ਾਸਨ ਪ੍ਰਣਾਲੀ ਦਾ ਜਿਹੜਾ ਵੀ ਸਰੂਪ ਆ ਉਹ ਆਰਥਿਕ ਢਾਂਚੇ ਨੂੰ ਜ਼ਰੂਰ ਪ੍ਰਭਾਵਿਤ ਕਰਦਾ। ਜਿਵੇਂ ਆਪਾਂ ਕਹਿ ਸਕਦੇ, ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਕਿ ਅਮਰੀਕਾ ਦੀ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਜਿਹੜੀ ਕਿ ਚੀਨ ਦੀ ਰਾਜਨੀਤਿਕ ਪ੍ਰਣਾਲੀ ਤੋਂ ਅਲੱਗ ਆ, ਭਾਵ ਕਿ ਅਮਰੀਕਾ ਦੇ ਵਿੱਚ ਰਾਜਨੀਤਿਕ ਵਿਵਸਥਾ ਹੋਰ ਤਰੀਕੇ ਦੀ ਹੈ ਅਤੇ ਚੀਨ ਦੇ ਵਿੱਚ ਹੋਰ ਤਰੀਕੇ ਦੀ ਹੈ। ਤਾਂ ਦੋਨੋਂ ਦੇਸ਼ਾਂ ਦੀ ਫਿਰ ਅਲੱਗ-ਅਲੱਗ ਆਰਥਿਕ ਵਿਵਸਥਾ ਵੀ ਅਲੱਗ-ਅਲੱਗ ਹੈ। ਠੀਕ ਹੈ, ਮਤਲਬ ਕਿ ਜਿਵੇਂ ਦਾ ਜਿਹੜੇ ਕਿ ਉੱਥੋਂ ਦੀ ਰਾਜਨੀਤਿਕ ਪ੍ਰਣਾਲੀ ਹੋਊਗੀ, ਉਵੇਂ ਦਾ ਹੀ ਉਹ ਜਿਹੜਾ ਆਰਥਿਕ ਸਟਰਕਚਰ ਹੋਊਗਾ ਉਹ ਤੋਂ ਜ਼ਰੂਰ ਪ੍ਰਭਾਵਿਤ ਹੋਇਆ ਵਾ ਹੋਊਗਾ। ਠੀਕ ਹੈ, ਅਤੇ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ, ਦੋਨਾਂ ਦੇਸ਼ਾਂ ਦੇ ਆਰਥਿਕ ਢਾਂਚੇ ਅਲੱਗ-ਅਲੱਗ ਹੈ। ਮਤਲਬ ਕਿ ਚੀਨ ਦੇ ਵਿੱਚ ਸਾਮਵਾਦੀ ਸਮਾਜਵਾਦੀ ਲੋਕਤੰਤਰ ਹੈ, ਤਾਂ ਉੱਥੇ ਜਿਹੜੇ ਕਿ ਅਲੱਗ ਤਰੀਕੇ ਦਾ ਆਰਥਿਕ ਢਾਂਚਾ, ਅਤੇ ਅਮਰੀਕਾ ਦੇ ਵਿੱਚ ਉਦਾਰਵਾਦੀ ਲੋਕਤੰਤਰ ਹੈ, ਤਾਂ ਉੱਥੋਂ ਦਾ ਜਿਹੜੇ ਕਿ ਆਰਥਿਕ ਢਾਂਚਾ ਅਲੱਗ ਹੈ। ਅਤੇ ਅਮਰੀਕਾ ਦੇ ਵਿੱਚ ਪੂੰਜੀਵਾਦੀ ਪ੍ਰਣਾਲੀ ਹੈ, ਜਦੋਂ ਕਿ ਚੀਨ ਦੇ ਵਿੱਚ ਸਮਾਜਵਾਦੀ ਪ੍ਰਣਾਲੀ ਦੀ ਵਿਵਸਥਾ ਹੈ। ਤਾਂ ਦੋਨੋਂ ਦੇਸ਼ਾਂ ਦੀਆਂ ਆਰਥਿਕ ਪ੍ਰਣਾਲੀਆਂ ਵੀ ਉੱਥੋਂ ਦੀਆਂ ਰਾਜਨੀਤਿਕ ਪ੍ਰਣਾਲੀ ਦੇ ਸਰੂਪ ਤੋਂ ਜਿਹੜੇ ਕਿ ਪ੍ਰਭਾਵਿਤ ਹੋਈਆਂ ਨੇ। ਅੱਗੇ ਹੈ ਥਰਡ ਪੁਆਇੰਟ,
ਰਾਜ ਆਰਥਿਕ ਨੀਤੀਆਂ ਦਾ ਨਿਰਮਾਣ ਕਰਦਾ। ਹਾਂਜੀ, ਰਾਜ ਜਿਹੜੇ ਕਿ ਆਰਥਿਕ ਨੀਤੀਆਂ ਦਾ ਨਿਰਮਾਣ ਕਰਦਾ, ਕਿਹੜੀ ਕਿਸਮ ਦੇ ਟੈਕਸ ਲਗਾਏ ਜਾਣ ਤੇ ਦੇਸ਼ ਦੀ ਆਰਥਿਕ ਪ੍ਰਣਾਲੀ ਕਿਸ ਤਰੀਕੇ ਦੇ ਕਿਹੜੇ ਆਧਾਰਾਂ ਤੇ ਨਿਸ਼ਚਿਤ ਕੀਤੀ ਜਾਵੇ। ਰਾਜਨੀਤੀ ਤੋਂ ਇਲਾਵਾ ਆਯਾਤ ਤੇ ਨਿਰਯਾਤ ਨੀਤੀ, ਉਦਯੋਗਿਕ ਨੀਤੀ, ਜਿਹੜੇ ਕਿ ਕਸਟਮ ਡਿਊਟੀ ਪਾਲਿਸੀ ਤੇ ਆਰਥਿਕ ਖੇਤਰ ਦੇ ਵਿੱਚ ਰਾਜ ਸਰਕਾਰ ਦੀ ਦਖਲਅੰਦਾਜ਼ੀ, ਇਹ ਸਾਰੀਆਂ ਜਿਹੜੇ ਕਿ ਨੀਤੀਆਂ ਵੀ ਸਰਕਾਰ ਦੁਆਰਾ ਹੀ ਬਣਾਈਆਂ ਜਾਂਦੀਆਂ ਨੇ। ਤੇ ਇਹ ਸਾਰੀਆਂ ਜਿਹੜੇ ਕਿ ਆਰਥਿਕ ਨੀਤੀਆਂ, ਠੀਕ ਹੈ, ਰਾਜ ਦੀਆਂ ਆਰਥਿਕ ਨੀਤੀਆਂ, ਆਰਥਿਕ ਪੱਖ ਤੋਂ ਕੀਤੀਆਂ ਗਈਆਂ ਨੀਤੀਆਂ, ਇਹ ਜਿਹੜੇ ਕਿ ਆਰਥਿਕ ਜਿਹੜਾ ਢਾਂਚਾ ਉਹਨੂੰ ਪ੍ਰਭਾਵਿਤ ਕਰਦੇ ਨੇ। ਹਾਂਜੀ, ਅਗਲਾ ਹੈ 4th ਪੁਆਇੰਟ, ਉਤਪਾਦਨ ਤੇ ਉਪਭੋਗ ਦੇ ਖੇਤਰ ਦੇ ਵਿੱਚ ਰਾਜ ਦਾ ਦਖਲ। ਹਰੇਕ ਵਿਅਕਤੀ ਜਿਹੜੇ ਕਿ ਵਸਤੂਆਂ ਦਾ ਉਤਪਾਦਨ ਆਪਣੀ ਇੱਛਾ ਦੇ ਅਨੁਸਾਰ ਨਹੀਂ ਕਰ ਸਕਦਾ। ਵਿਅਕਤੀ ਆਪਣੇ ਉਤਪਾਦਨ ਨੂੰ ਆਪਣੀ ਇੱਛਾ ਅਨੁਸਾਰ ਵੇਚ ਜਾਂ ਜਮ੍ਹਾਂ ਨਹੀਂ ਕਰ ਸਕਦਾ। ਮਤਲਬ ਕਿ ਵਿਅਕਤੀ ਕੋਈ ਵੀ ਜਿੰਨੀ ਉਹਦੀ ਆਮਦਨ ਹੈ, ਉਤਪਾਦਨ ਹੈ, ਉਹਨੂੰ ਆਪਣੀ ਇੱਛਾ ਅਨੁਸਾਰ ਨਾ ਤਾਂ ਵੇਚ ਸਕਦਾ, ਨਾ ਹੀ ਜਮ੍ਹਾਂ ਕਰ ਸਕਦਾ। ਵਸਤੂਆਂ ਦੇ ਉਤਪਾਦਨ ਤੇ ਉਪਭੋਗ ਸੰਬੰਧੀ ਸਰਕਾਰ ਦੀਆਂ ਨੀਤੀਆਂ ਦਾ ਨਿਰਮਾਣ ਕਰਨਾ ਹੁੰਦਾ। ਭਾਵ ਕਿ ਜੇ ਸਰਕਾਰ ਜਿਹੜੀਆਂ ਨੀਤੀਆਂ ਬਣਾਉਂਦੀ, ਉਹਨਾਂ ਦੇ ਅਕੋਰਡਿੰਗ ਆ ਜਿਹੜੇ ਕਿ ਕਿੰਨਾ ਜਿਹੜੇ ਕਿ ਆਪਾਂ ਨੇ ਪੈਦਾਵਾਰ ਰੱਖਣੀ ਹੈ ਤੇ ਕਿੰਨੀ ਵੇਚਣੀ ਹੈ, ਠੀਕ ਹੈ, ਵੇਚ ਜਾਂ ਜਮ੍ਹਾਂ ਕਰਨਾ, ਇਹ ਆਪਾਂ ਕਹਿ ਸਕਦੇ ਕਿ ਸਰਕਾਰ ਦੀ ਨੀਤੀਆਂ ਦੇ ਨਿਰਮਾਣ ਦੇ ਅਕੋਰਡਿੰਗ ਜਿਹੜੀ ਕਿ ਨਿਸ਼ਚਿਤ ਹੁੰਦਾ। ਤੇ ਜੇ ਕਿਸੇ ਵਸਤੂ ਦੀ ਘਾਟ ਹੋਵੇ ਤਾਂ ਸਰਕਾਰ ਉਸ ਵਸਤੂ ਸੰਬੰਧੀ ਰਾਸ਼ਨ ਪ੍ਰਣਾਲੀ ਲਾਗੂ ਕਰ ਦਿੰਦੀ ਹੈ, ਠੀਕ ਹੈ। ਮਤਲਬ ਕਿ ਸਰਕਾਰ ਦੀਆਂ ਨੀਤੀਆਂ 'ਤੇ ਸਾਰੀ ਚੀਜ਼ ਡਿਪੈਂਡ ਆ। ਅੱਗੇ ਹੈ ਵੰਡ ਦੇ ਖੇਤਰ ਵਿੱਚ ਰਾਜ ਦਾ ਦਖਲ। ਹਾਂਜੀ, ਦੇਸ਼ ਦੇ ਉਤਪਾਦਨ ਦੇ ਵਿੱਚ ਪੂੰਜੀ, ਮਜ਼ਦੂਰੀ, ਭੂਮੀ ਤੇ ਹੋਰ ਕਈ ਜਿਹੜੇ ਕਿ ਤੱਥਾਂ ਦਾ ਭਾਗ ਹੁੰਦਾ। ਦੇਸ਼ ਦੇ ਉਤਪਾਦਨ ਦੇ ਵਿੱਚ ਇਹਨਾਂ ਸਾਰੇ ਚੀਜ਼ਾਂ ਦਾ ਹਿੱਸਾ ਹੁੰਦਾ ਤੇ ਇਹਨਾਂ ਸਾਰਿਆਂ ਦੇ ਵਿੱਚ ਉਚਿਤ ਵੰਡ ਪ੍ਰਣਾਲੀ ਹੋਣੀ ਜ਼ਰੂਰੀ ਆ। ਤੇ ਇਹ ਗੱਲ ਸਰਕਾਰ ਨੇ ਹੀ ਨਿਸ਼ਚਿਤ ਕਰਨੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਕਿੰਨੇ ਅਨੁਪਾਤ ਦੇ ਵਿੱਚ ਕੋਈ ਉਤਪਾਦਨ ਕੀਤਾ ਜਾਵੇ। ਉਤਪਾਦਨ ਦੀ ਵੰਡ, ਉਹਦੀ ਕੀਮਤ ਵੀ ਸਰਕਾਰ ਹੀ ਨਿਯਮ ਬਣਾਉਂਦੀ ਹੈ। ਤੇ ਆਰਥਿਕ ਮਜ਼ਦੂਰ ਆ ਜਿਹੜੇ ਕਿ ਆਰਥਿਕ ਪ੍ਰਣਾਲੀ ਦਾ ਅਟੁੱਟ ਅੰਗ ਨੇ ਤੇ ਮਜ਼ਦੂਰਾਂ ਸੰਬੰਧੀ ਵੀ ਹਰ ਤਰ੍ਹਾਂ ਦੇ ਨਿਯਮ ਆ ਜਿਹੜੇ ਕਿ ਸਰਕਾਰ ਦੁਆਰਾ ਹੀ ਬਣਾਏ ਜਾਂਦੇ ਨੇ। ਮਤਲਬ ਕਿ ਇਸ ਲਈ ਵੀ ਜਿਹੜੇ ਕਿ ਇਕਨੋਮਿਕ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਅਰਥ ਸ਼ਾਸਤਰ ਆ, ਉਹਨੂੰ ਜਿਹੜੇ ਕਿ ਰਾਜ ਦੀ ਜ਼ਰੂਰਤ ਪੈਂਦੀ ਆ। ਅੱਗੇ ਹੈ ਆਰਥਿਕ ਉન્નਤੀ ਰਾਜ ਦੀਆਂ ਨੀਤੀਆਂ ਨਿਰਭਰ ਕਰਦੀ ਹੈ। ਹਾਂਜੀ, ਆਧੁਨਿਕ ਰਾਜ ਕਲਿਆਣਕਾਰੀ ਰਾਜ ਹੈ ਤੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਖੁੱਲ੍ਹੇ ਮੁਕਾਬਲੇ ਨੀਤੀ ਜਾਂ ਨਿਯੰਤਰਕ ਵਪਾਰਕ ਨੀਤੀ ਅਪਣਾ ਸਕਦੀ ਹੈ। ਤੇ ਦੇਸ਼ ਦੇ ਆਰਥਿਕ ਵਿਕਾਸ ਲਈ ਸਰਕਾਰ ਵਿਕਸਿਤ ਦੇਸ਼ਾਂ ਵਿਦੇਸ਼ਾਂ ਅੰਤਰਰਾਸ਼ਟਰੀ ਸੰਸਥਾਵਾਂ ਕੋਲੋਂ ਸਹਾਇਤਾ ਲੈਣ ਸੰਬੰਧੀ ਵੀ ਨੀਤੀਆਂ ਨਿਰਧਾਰਿਤ ਕਰਦੇ ਆ। ਮਤਲਬ ਕਿ ਸਰਕਾਰ ਹੀ ਨੀਤੀਆਂ ਨਿਰਧਾਰਿਤ ਕਰਦੀ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਵਧੀਆ ਬਣਾਉਣ ਦੇ ਲਈ, ਆਰਥਿਕ ਪੱਖੋਂ ਜਿਹੜੇ ਕਿ ਪ੍ਰੋਗਰੈਸ ਕਰਨ ਦੇ ਲਈ ਕਿਹੜੇ ਵਿਦੇਸ਼ਾਂ ਤੋਂ ਜਿਹੜੇ ਕਿ ਅੰਤਰਰਾਸ਼ਟਰੀ ਸੰਸਥਾਵਾਂ ਕੋਲੋਂ ਕਿੰਨੀ ਸਹਾਇਤਾ ਲੈਣੀ ਹੈ, ਕਿਹੜੀ ਨੀਤੀ ਅਪਣਾਉਣੀ ਹੈ, ਸਾਰਾ ਜਿਹੜੇ ਕਿ ਰਾਜ ਦੇ ਅਧੀਨ ਆਉਂਦਾ। ਤੇ ਆਰਥਿਕ ਵਿਕਾਸ ਦਾ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਨਾਲ ਵੀ ਨਿਕਟਵਰਤੀ ਸੰਬੰਧ ਹੈ ਤੇ ਇਹਨਾਂ ਸਾਧਨਾਂ ਦੇ ਵਿਕਾਸ ਸੰਬੰਧੀ ਵੀ ਨੀਤੀਆਂ ਜਿਹੜੇ ਕਿ ਸਰਕਾਰ ਦੁਆਰਾ ਬਣਾਈਆਂ ਜਾਂਦੀਆਂ ਨੇ। ਤਾਂ ਆਪਾਂ ਕਹਿ ਸਕਦੇ ਕਿ ਆਰਥਿਕ ਢਾਂਚਾ ਸਰਕਾਰ ਦੁਆਰਾ ਨਿਯੰਤਰਿਤ ਹੁੰਦਾ ਤੇ ਦੇਸ਼ ਦਾ ਆਰਥਿਕ ਵਿਕਾਸ ਸਰਕਾਰ ਦੀਆਂ ਨੀਤੀਆਂ 'ਤੇ ਹੀ ਡਿਪੈਂਡ ਕਰਦਾ। ਇਹ ਤਾਂ ਹੋ ਗਿਆ ਕਿ ਇਹ ਪੁਆਇੰਟ ਹੋ ਗਏ ਕਿ ਰਾਜਨੀਤੀ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਕੀ ਦੇਣਾ। ਫਸਟ ਕੀ ਸੀ ਕਿ ਆਰਥਿਕ ਵਿਕਾਸ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਸੈਕਿੰਡ, ਸ਼ਾਸਨ ਪ੍ਰਣਾਲੀ ਦਾ ਸਰੂਪ ਆਰਥਿਕ ਢਾਂਚੇ ਨੂੰ ਪ੍ਰਭਾਵਿਤ ਕਰਦਾ, ਵੀ ਜਿਵੇਂ ਦੀ ਸ਼ਾਸਨ ਪ੍ਰਣਾਲੀ ਹੋਊਗੀ ਉਵੇਂ ਦੇ ਜਿਹੜੇ ਕਿ ਆਰਥਿਕ ਢਾਂਚੇ ਦਾ ਸਰੂਪ ਹੋਊਗਾ। ਰਾਜ ਆਰਥਿਕ ਨੀਤੀਆਂ ਨਿਰਮਾਣ ਕਰਦੇ, ਉਤਪਾਦਨ ਤੇ ਉਪਭੋਗ ਦੇ ਖੇਤਰ ਵਿੱਚ ਰਾਜ ਦਾ ਦਖਲ ਹੋ ਗਿਆ। 5th ਹੋ ਗਿਆ ਵੰਡ ਦੇ ਖੇਤਰ ਵਿੱਚ ਰਾਜ ਦਾ ਦਖਲ। 6th ਹੋ ਗਿਆ ਆਰਥਿਕ ਉੱਨਤੀ ਰਾਜ ਦੀਆਂ ਨੀਤੀਆਂ 'ਤੇ ਨਿਰਭਰ ਕਰਦੀ ਹੈ। ਹੁਣ ਆਪਾਂ ਦੇਖਦੇ ਹਾਂ ਅਰਥ ਸ਼ਾਸਤਰ ਦੀ ਰਾਜਨੀਤੀ ਨੂੰ ਕੀ ਦੇਣਾ। ਅਰਥ ਸ਼ਾਸਤਰ ਹੈ ਜਿਹੜੀ ਕਿ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਦਿੰਦਾ। ਕੰਟਰੀਬਿਊਸ਼ਨ ਆਫ ਇਕਨੋਮਿਕਸ ਟੂ ਪੋਲੀਟੀਕਲ ਸਾਇੰਸ। ਹਾਂਜੀ, ਪੋਲੀਟੀਕਲ ਸਾਇੰਸ ਨੂੰ ਕੀ ਦੇਣਾ। ਫਸਟ ਕੀ ਆ, ਆਰਥਿਕ ਹਾਲਤ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੂੰ ਜ਼ਰੂਰ ਪ੍ਰਭਾਵਿਤ ਕਰਦੇ ਨੇ, ਵੀ ਕਿਵੇਂ ਦੀ ਆਰਥਿਕ ਹਾਲਤ ਹੈ, ਆਰਥਿਕ ਹਾਲਤ ਚੰਗੀ ਹੈ ਜਾਂ ਮਾੜੀ ਹੈ ਜਾਂ ਦਰਮਿਆਨੀ ਹੈ, ਜਿਵੇਂ ਦੀ ਵੀ ਹੈ ਉਹ ਜਿਹੜੇ ਕਿ ਉਸ ਦੇਸ਼ ਦੀ ਜਿਹੜੀ ਰਾਜਨੀਤਿਕ ਪ੍ਰਣਾਲੀ, ਜਿਹੜੀ ਪੋਲੀਟੀਕਲ ਸਿਸਟਮ ਆ, ਉਹਨੂੰ ਜ਼ਰੂਰ ਇਫੈਕਟ ਕਰਦਾ। ਠੀਕ ਹੈ, ਗਰੀਬੀ ਤੇ ਬੇਰੁਜ਼ਗਾਰੀ, ਆਰਥਿਕ ਸੰਕਟ ਨੇ, ਆਰਥਿਕ ਸੰਕਟ ਦੇਸ਼ ਦੀ ਰਾਜਨੀਤੀ 'ਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੇ ਨੇ। ਜੇ ਕੋਈ ਵਿਅਕਤੀ ਥੋੜ੍ਹੇ ਜਿਹੇ ਨੇ, ਜੇਕਰ ਕੋਈ ਵਿਅਕਤੀ ਥੋੜ੍ਹੇ ਜਿਹੇ ਧਨ ਬਦਲੇ ਆਪਣੀ ਵੋਟ ਵੇਚ ਦਿੰਦਾ ਤਾਂ ਉਸਦੀ ਕਾਰਵਾਈ ਉਸਦੀ ਗਰੀਬੀ ਤੋਂ ਉਪਜਦੀ ਹੈ। ਭਾਵ ਕਿ ਜਿਹੜੇ ਕਿ ਗਰੀਬੀ ਅਤੇ ਆਪਾਂ ਕਹਿ ਸਕਦੇ ਬੇਰੁਜ਼ਗਾਰੀ, ਇਹ ਜਿਹੜੇ ਕਿ ਇਹ ਆਰਥਿਕ ਜਿਹੜੇ ਕਿ ਸੰਕਟ ਸਮੱਸਿਆਵਾਂ ਨੇ, ਇਹ ਦੇਸ਼ ਦੀ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ। ਠੀਕ ਹੈ, ਅਤੇ ਗਰੀਬ ਅਤੇ ਬੇਰੁਜ਼ਗਾਰ ਜਿਵੇਂ ਹੁਣ ਵੋਟ ਵੇਚ ਦਿੰਦੇ ਨੇ, ਠੀਕ ਹੈ, ਇਹਦੇ ਨਾਲ ਗਰੀਬ ਅਤੇ ਬੇਰੁਜ਼ਗਾਰ ਵਿਅਕਤੀ ਰਾਜਨੀਤੀ ਦੇ ਵਿੱਚ ਵਧੇਰੇ ਰੁਚੀ ਜਿਹੜੀ ਕਿ ਹੋਣੀ ਸੰਭਵ ਨਹੀਂ। ਮਤਲਬ ਕਿ ਅਗਰ ਕੋਈ ਗਰੀਬ ਹੈ, ਬੇਰੁਜ਼ਗਾਰ ਆ, ਉਹਨੂੰ ਤਾਂ ਆਪਣੇ ਲੋੜੀਂਦੀ ਜਿਹੜੇ ਕਿ ਜ਼ਰੂਰੀ ਜਿਹੜੀਆਂ ਬੇਸਿਕ ਨੀਡਸ ਨੇ ਉਹਨਾਂ ਦੀ ਜਿਹੜੀ ਕਿ ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਜਿਹੜੇ ਕਿ ਉਹ ਰਾਜਨੀਤੀ ਦੇ ਵਿੱਚ ਜ਼ਿਆਦਾ ਰੁਚੀ ਨਹੀਂ ਲੈਂਦੇ। ਅਤੇ ਇਹ ਸਾਰੀ ਚੀਜ਼ ਆ ਜਿਹੜੀ ਕਿ ਮਤਲਬ ਕਿ ਇਫੈਕਟ ਕਰਦੀ ਆ, ਠੀਕ ਹੈ, ਰਾਜਨੀਤੀ ਨੂੰ।
ਤੇ ਇਹ ਸਾਰੇ ਤੱਤ ਭ੍ਰਿਸ਼ਟਾਚਾਰ ਨੂੰ ਫੈਲਾਉਣ ਤੇ ਲੋਕਤੰਤਰ ਨੂੰ ਧਨੀ ਵਿਅਕਤੀ ਨੇ ਸਰਕਾਰ ਬਣਾਉਣ ਦੇ ਲਈ ਵੀ ਜ਼ਿੰਮੇਵਾਰ ਹੁੰਦੇ ਨੇ। ਭਾਵ ਕਿ ਇੱਕ ਜਿਹੜਾ ਕਿ ਆਪਾਂ ਕਹਿ ਸਕਦੇ ਇੱਕ ਗਰੀਬ ਤੇ ਬੇਰੁਜ਼ਗਾਰ ਉਹ ਸਿਰਫ ਆਪਣੀਆਂ ਜਿਹੜੇ ਕਿ ਬੇਸਿਕ ਨੀਡਸ ਬਾਰੇ ਸੋਚੂਗਾ, ਨਾ ਕਿ ਕਿਸੇ ਹੋਰ ਚੀਜ਼ ਬਾਰੇ। ਅੱਗੇ ਹੈ ਸੈਕਿੰਡ, ਆਰਥਿਕ ਅਸਮਾਨਤਾਵਾਂ ਰਾਜਨੀਤਿਕ ਕ੍ਰਾਂਤੀ ਨੂੰ ਜਨਮ ਦੇ ਦਿੰਦੀਆਂ ਨੇ। ਹਾਂਜੀ, ਜਿਸ ਸਮਾਜ ਦੇ ਵਿੱਚ ਆਰਥਿਕ ਅਸਮਾਨਤਾ ਹੁੰਦੀ ਹੈ ਕਾਫੀ ਜ਼ਿਆਦਾ ਪੱਧਰ 'ਤੇ, ਤਾਂ ਉਸ ਸਮਾਜ ਦੇ ਵਿੱਚ ਫਿਰ ਰਾਜਨੀਤਿਕ ਸਥਿਰਤਾ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ। ਅਤੇ ਅਜਿਹੀ ਸਥਿਰਤਾ ਦੇ ਕਾਰਨ ਮਤਲਬ ਕਿ ਅਸਮਾਨਤਾ ਕਿਵੇਂ, ਮਤਲਬ ਕਿ ਅਮੀਰ ਗਰੀਬ ਦਾ ਜਿੱਥੇ ਬਹੁਤ ਜ਼ਿਆਦਾ ਜਿਹੜੇ ਕਿ ਫਰਕ ਹੋ ਜਾਵੇ, ਤਾਂ ਉੱਥੇ ਜਿਹੜੇ ਕਿ ਫਿਰ ਕ੍ਰਾਂਤੀਆਂ ਹੋਣ ਦੀ ਜਿਹੜੀ ਕਿ ਸੰਭਾਵਨਾ ਬਣ ਜਾਂਦੀ ਹੈ। ਠੀਕ ਹੈ, ਅੱਗੇ ਹੈ ਮੁੱਖ ਥਰਡ ਪੁਆਇੰਟ, ਮੁੱਖ ਰਾਜਨੀਤਿਕ ਵਿਚਾਰਧਾਰਾ ਦੇ ਆਧਾਰ ਆਰਥਿਕ ਹੀ ਹੁੰਦੇ ਨੇ। ਹਾਂਜੀ, ਜਿਹੜੀਆਂ ਰਾਜਨੀਤਿਕ ਵਿਚਾਰਧਾਰਾ ਹੁੰਦੀਆਂ ਨੇ ਉਹਨਾਂ ਦਾ ਆਧਾਰ ਵੀ ਜਿਹੜੇ ਕਿ ਉਹਨਾਂ ਦਾ ਮੇਨ ਬੇਸ ਵੀ ਜਿਹੜੇ ਕਿ ਇਕਨੋਮਿਕ ਹੁੰਦਾ, ਜਿਵੇਂ ਸਾਮਵਾਦੀ, ਸਮਾਜਵਾਦ, ਪੂੰਜੀਵਾਦ, ਠੀਕ ਹੈ, ਫਾਸਿਸਟਵਾਦ, ਵਿਅਕਤੀਵਾਦ, ਇਹ ਸਾਰੀਆਂ ਰਾਜਨੀਤਿਕ ਜਿਹੜੇ ਵਿਚਾਰਧਾਰਾ ਨੇ ਇਹਨਾਂ ਦਾ ਆਧਾਰ ਵੀ ਕੀ ਹੈ, ਆਰਥਿਕ ਹੈ। ਠੀਕ ਹੈ, ਇਹਨਾਂ ਵਿਚਾਰਧਾਰਾ ਦਾ ਮੁੱਖ ਸੰਬੰਧ ਆਰਥਿਕ ਪ੍ਰਣਾਲੀ ਦੇ ਸੰਗਠਨ ਤੇ ਸੰਚਾਲਨ ਨਾਲ ਹੈ। ਠੀਕ ਹੈ, ਜਿਵੇਂ ਆਪਾਂ ਕਹਿ ਸਕਦੇ ਕਿ ਅਮਰੀਕਾ ਦੇ ਵਿੱਚ ਉਦਾਰਵਾਦੀ ਹੈ ਅਤੇ ਚੀਨ ਦੇ ਵਿੱਚ ਸਮਾਜਵਾਦੀ ਹੈ। ਇਹ ਸਾਰੀਆਂ ਦਾ ਆਧਾਰ ਕੀ ਹੈ, ਆਰਥਿਕ ਢਾਂਚਾ ਹੀ ਆ। ਅਤੇ ਇਹਨਾਂ ਵਿਚਾਰਧਾਰਾ ਦੇ ਆਧਾਰ 'ਤੇ ਹੀ ਰਾਜਨੀਤਿਕ ਦਲ ਹੋਂਦ ਦੇ ਵਿੱਚ ਆਉਂਦੇ ਨੇ, ਅਤੇ ਅਜਿਹੀਆਂ ਧਾਰਨਾਵਾਂ ਹੀ ਸਰਕਾਰ ਦੀਆਂ ਨੀਤੀਆਂ ਦੇ ਮੁੱਖ ਆਧਾਰ ਬਣਦੀਆਂ ਨੇ। ਅੱਗੇ ਹੈ ਫੋਰਥ ਪੁਆਇੰਟ, ਉਤਪਾਦਨ ਅਤੇ ਵੰਡ ਦੀ ਪ੍ਰਣਾਲੀ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਹਾਂਜੀ, ਧਨ ਦੇ ਉਤਪਾਦਨ ਅਤੇ ਵੰਡ ਦੀ ਪ੍ਰਣਾਲੀ ਭਾਵੇਂ ਸਰਕਾਰ ਦੁਆਰਾ ਹੀ ਨਿਯੰਤਰਿਤ ਹੁੰਦੀ ਹੈ, ਬਟ ਫਿਰ ਵੀ ਸਰਕਾਰ ਦੇ ਸੰਚਾਲਨ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੀਆਂ ਨੇ ਉਤਪਾਦਨ ਅਤੇ ਵੰਡ ਦੀ ਪ੍ਰਣਾਲੀ। ਠੀਕ ਹੈ, ਅਮਰੀਕਾ ਅਤੇ ਚੀਨ ਦੀ ਰਾਜਨੀਤਿਕ ਪ੍ਰਣਾਲੀ ਉੱਤੇ ਇਹਨਾਂ ਦੇਸ਼ਾਂ ਦੀ ਉਤਪਾਦਨ ਅਤੇ ਵੰਡ ਪ੍ਰਣਾਲੀ ਦਾ ਬਹੁਤ ਗਹਿਰਾ ਪ੍ਰਭਾਵ ਹੈ। ਅਤੇ ਅਮਰੀਕਾ ਦੇ ਵਿੱਚ ਨਿੱਜੀ ਸੰਪੱਤੀ ਦਾ ਅਧਿਕਾਰ ਅਸੀਮਤ ਹੱਦ ਤੱਕ ਲੋਕਾਂ ਨੂੰ ਪ੍ਰਾਪਤ ਆ, ਮਤਲਬ ਕਿ ਕਿਉਂਕਿ ਅਮਰੀਕਾ ਦੇ ਵਿੱਚ ਉਦਾਰਵਾਦੀ, ਜਿਸ ਕਰਕੇ ਸੰਪੱਤੀ ਦਾ ਅਧਿਕਾਰ ਅਸੀਮਤ ਹੱਦ ਤੱਕ ਲੋਕਾਂ ਨੂੰ ਪ੍ਰਾਪਤ ਆ, ਬਟ ਅਜਿਹਾ ਅਧਿਕਾਰ ਚੀਨ ਦੇ ਵਿੱਚ ਲੋਕਾਂ ਨੂੰ ਪ੍ਰਦਾਨ ਨਹੀਂ ਕੀਤਾ ਗਿਆ। ਹਾਂਜੀ, ਹੁਣ ਇਹਨਾਂ ਦੇ ਵਿੱਚ ਅੰਤਰ ਕੀ ਹੈ, ਬੇਸ਼ੱਕ ਇਹ ਦੋਨੇ ਇੱਕ ਦੂਜੇ ਤੋਂ ਲੈਂਦੇ ਰਹਿੰਦੇ ਨੇ। ਠੀਕ ਹੈ, ਅਰਥ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਦਿੰਦਾ, ਠੀਕ ਹੈ, ਅਤੇ ਰਾਜਨੀਤੀ ਸ਼ਾਸਤਰ ਹੈ ਜਿਹੜੇ ਕਿ ਅਰਥ ਸ਼ਾਸਤਰ ਨੂੰ ਦੇਣ ਦਿੰਦਾ, ਬਟ ਫਿਰ ਵੀ ਇਹਨਾਂ ਦੇ ਵਿੱਚ ਅੰਤਰ ਹੈ। ਫਸਟ ਕੀ ਹੈ, ਵਿਸ਼ਾ ਵਸਤੂ ਵਿੱਚ ਅੰਤਰ। ਫਸਟ ਕੀ ਹੈ, ਵਿਸ਼ਾ ਵਸਤੂ ਦੇ ਵਿੱਚ ਅੰਤਰ। ਦੋਨਾਂ ਦੇ ਵਿੱਚ ਵਿਸ਼ਾ ਵਸਤੂ ਦੇ ਸੰਬੰਧੀ ਵੀ ਅੰਤਰ ਹੈ, ਕਿਉਂਕਿ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਕੀ ਆ, ਰਾਜ ਅਤੇ ਸਰਕਾਰ ਦਾ ਅਧਿਐਨ ਕਰਨਾ, ਜਦ ਕਿ ਅਰਥ ਸ਼ਾਸਤਰ ਦਾ ਕੀ ਹੈ, ਧਨ ਦੇ ਉਤਪਾਦਨ, ਧਨ ਦੀ ਵੰਡ, ਭੋਗ ਵਟਾਂਦਰੇ ਦੀ ਪ੍ਰਣਾਲੀ ਨਾਲ ਸੰਬੰਧਿਤ ਹੈ। ਅੱਗੇ ਖੇਤਰ ਦੇ ਵਿੱਚ ਵੀ ਅੰਤਰ ਹੈ। ਹਾਂਜੀ, ਵਿਵਹਾਰਿਕ ਤੌਰ 'ਤੇ ਰਾਜਨੀਤੀ ਸ਼ਾਸਤਰ ਦਾ ਜਿਹੜੇ ਕਿ ਖੇਤਰ ਆਰਥਿਕ ਸਮੱਸਿਆ ਭਾਵ ਕਿ ਆਰਥਿਕ ਖੇਤਰ ਨਾਲ ਸੰਬੰਧਿਤ ਆ। ਠੀਕ ਹੈ, ਅਤੇ ਜਾਂ ਆਰਥਿਕ ਸਮੱਸਿਆ ਨਾਲ ਜਾਂ ਆਰਥਿਕ ਘੇਰੇ ਨੂੰ ਹੋਰ ਕਿਵੇਂ ਵਧੀਆ ਬਣਾਉਣਾ, ਠੀਕ ਹੈ, ਉਹਦੇ ਵਿੱਚ ਪ੍ਰੋਗਰੈਸ ਲੈ ਕੇ ਆਉਣਾ, ਇਸ ਚੀਜ਼ ਨਾਲ ਸੰਬੰਧਿਤ ਹੈ। ਅਤੇ ਅਰਥ ਸ਼ਾਸਤਰ ਆਰਥਿਕ ਤੱਤਾਂ ਦਾ ਅਧਿਐਨ ਕਰਦਾ। ਇਹਦੇ ਉਲਟ ਰਾਜਨੀਤੀ ਸ਼ਾਸਤਰ ਦਾ ਜਿਹੜੇ ਕਿ ਰਾਜਨੀਤੀ ਸ਼ਾਸਤਰ ਸਪਸ਼ਟ ਰੂਪ ਦੇ ਵਿੱਚ ਰਾਜਨੀਤਿਕ ਸਰੂਪ ਦੇ ਤੱਥਾਂ ਤੋਂ ਇਲਾਵਾ ਉਹਨਾਂ ਗੈਰ ਰਾਜਨੀਤਿਕ ਤੱਥਾਂ ਦਾ ਵੀ ਅਧਿਐਨ ਕਰਦਾ, ਜੋ ਕਿਸੇ ਰੂਪ ਦੇ ਵਿੱਚ ਸਰਕਾਰ ਦੀ ਕਾਰਜ ਪ੍ਰਣਾਲੀ ਨਾਲ ਸੰਬੰਧਿਤ ਹੁੰਦੇ ਨੇ। ਅਤੇ ਇਸ ਤੋਂ ਇਲਾਵਾ ਜਿਹੜੇ ਕਿ ਰਾਜਨੀਤੀ ਸ਼ਾਸਤਰ ਆ, ਪ੍ਰੈਜੈਂਟ, ਪਾਸਟ ਔਰ ਫਿਊਚਰ ਤਿੰਨਾਂ ਨਾਲ ਸੰਬੰਧਿਤ ਹੁੰਦਾ। ਨੈਕਸਟ ਹੈ ਅੰਤਰ ਇਹਨਾਂ ਦੇ ਵਿੱਚ, ਅਧਿਐਨ ਵਿਧੀਆਂ ਦੇ ਵਿੱਚ ਅੰਤਰ। ਹਾਂਜੀ, ਅਰਥ ਸ਼ਾਸਤਰ ਮੁੱਖ ਰੂਪ ਦੇ ਵਿੱਚ ਅੰਕੜਿਆਂ ਨਾਲ ਸੰਬੰਧਿਤ ਹੈ, ਅਤੇ ਨਿਸ਼ਚਿਤ ਅੰਕੜਿਆਂ ਦੇ ਆਧਾਰ 'ਤੇ ਵਿਸ਼ਲੇਸ਼ਣ ਕਰਨ ਦੇ ਨਾਲ ਵਿਸ਼ਵਾਸਯੋਗ ਸਿੱਟੇ ਪ੍ਰਾਪਤ ਹੁੰਦੇ ਨੇ। ਅਤੇ ਇਸ ਦੇ ਉਲਟ ਰਾਜਨੀਤੀ ਸ਼ਾਸਤਰ ਜਿਹੜੇ ਕਿ ਆਪਣੀ ਸਮੱਗਰੀ ਦਾ ਅਧਿਐਨ ਵਿਗਿਆਨਿਕ ਸਿਧਾਂਤਾਂ ਦੇ ਕਰਨ ਯੋਗ ਨਹੀਂ, ਜਿਸ ਦੇ ਦੁਆਰਾ ਪੂਰਨ ਅਤੇ ਵਿਸ਼ਵਾਸਯੋਗ ਸਿੱਟੇ ਪ੍ਰਾਪਤ ਕੀਤੇ ਜਾ ਸਕਣ। ਅਤੇ ਇੱਥੇ ਤੁਹਾਡੇ ਕੁਐਸਚਨ ਦਾ ਐਂਡ ਹੁੰਦਾ, ਦੈਨ ਸਿੱਟਾ ਦੇਣਾ ਲਾਸਟ ਦੇ ਵਿੱਚ। ਹਾਂਜੀ, ਹੁਣ ਜਿਹੜੇ ਕਿ ਸਮਾਜ ਸ਼ਾਸਤਰ ਨਾਲ, ਸੋਸ਼ੋਲੋਜੀ ਨਾਲ ਕੀ ਸੰਬੰਧ ਨੇ ਰਾਜਨੀਤੀ ਸ਼ਾਸਤਰ ਦੇ। ਠੀਕ ਹੈ, ਅਤੇ ਸਟੂਡੈਂਟਸ ਲੌਂਗ ਕੁਐਸਚਨ ਨੂੰ ਯਾਦ ਕਰਨ ਦਾ ਢੰਗ ਇਹੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਹੈਡਿੰਗ ਯਾਦ ਰੱਖੋ ਅਤੇ ਜਾਣ ਪਛਾਣ ਐਂਡ ਦੇ ਵਿੱਚ ਸਿੱਟਾ। ਠੀਕ ਹੈ, ਹਾਂਜੀ, ਪਰਸਪਰ ਸੰਬੰਧਿਤ ਵਿਸ਼ੇ। ਸਮਾਜ ਸ਼ਾਸਤਰ ਨੂੰ ਦੂਜੇ ਧਾਰਮਿਕ ਸ਼ਾਸਤਰ, ਸਮਾਜਿਕ ਸ਼ਾਸਤਰਾਂ ਦਾ ਜਿਹੜੇ ਕਿ ਜਨਮਦਾਤਾ ਮੰਨਿਆ ਜਾਂਦਾ। ਹਾਂਜੀ, ਸੋਸ਼ੋਲੋਜੀ ਨੂੰ ਦੂਜੇ ਜਿਹੜੇ ਧਾਰਮਿਕ ਸਮਾਜ ਸ਼ਾਸਤਰਾਂ ਦਾ ਜਨਮਦਾਤਾ ਮੰਨਿਆ ਜਾਂਦਾ। ਸਮਾਜ ਸ਼ਾਸਤਰ ਸਮੁੱਚੇ ਸਮਾਜ ਦਾ ਅਧਿਐਨ ਆ। ਸੋਸ਼ੋਲੋਜੀ ਕੀ ਆ, ਸਮਾਜ ਦਾ ਅਧਿਐਨ ਆ। ਸਮਾਜ ਸ਼ਾਸਤਰ ਭਾਵ ਕਿ ਜਿਹਦੇ ਵਿੱਚ ਸਮਾਜ ਦਾ ਅਧਿਐਨ ਹੁੰਦਾ। ਅਤੇ ਸਮਾਜ ਸ਼ਾਸਤਰ ਮਨੁੱਖ ਸਮਾਜ ਦੀ ਸਮਾਜ ਸ਼ਾਸਤਰ ਹੈ ਜਿਹੜੇ ਕਿ ਸਮਾਜ ਦੀ ਉਤਪੱਤੀ, ਵਿਕਾਸ, ਸਰੂਪ, ਉਦੇਸ਼ਾਂ ਦਾ ਜਿਹੜੇ ਕਿ ਅਧਿਐਨ ਕਰਦਾ। ਅਤੇ ਇਹ ਸ਼ਾਸਤਰ ਮਨੁੱਖੀ ਜੀਵਨ ਦੇ ਕਿਸੇ ਇੱਕ ਵਿਸ਼ੇਸ਼ ਪੱਖ ਨੂੰ ਨਹੀਂ, ਸਗੋਂ ਸਮਾਜਿਕ ਜੀਵਨ ਦੇ ਹਰੇਕ ਪੱਖ ਨੂੰ, ਚਾਹੇ ਸਮਾਜਿਕ, ਚਾਹੇ ਆਰਥਿਕ, ਚਾਹੇ ਰਾਜਨੀਤਿਕ, ਚਾਹੇ ਧਾਰਮਿਕ, ਸਭ ਦਾ ਅਧਿਐਨ ਕਰਦਾ। ਅਤੇ ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੋਵੇਂ ਪਰਸਪਰ ਸੰਬੰਧਿਤ ਵਿਸ਼ੇ ਨੇ, ਅਤੇ ਦੋਨਾਂ ਦੇ ਵਿੱਚ ਨੇੜਤੇ ਵਾਲੇ ਸੰਬੰਧ ਨੇ। ਤਾਂ ਇਹਨਾਂ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ
ਵੀ ਇੱਕ ਦੂਜੇ ਤੋਂ ਕਿਵੇਂ ਜਿਹੜੇ ਕਿ ਪ੍ਰਭਾਵਿਤ ਨੇ। ਸਮਾਜ ਸ਼ਾਸਤਰ ਦੀ ਰਾਣੀ ਸ਼ਾਸਤਰ ਨੂੰ ਕੀ ਦੇਣਾ। ਹਾਂਜੀ, ਸਮਾਜ ਸ਼ਾਸਤਰ ਸੋਸ਼ੋਲੋਜੀ ਕੀ ਕੰਟਰੀਬਿਊਟ ਕਰਦਾ ਰਾਣੀ ਸ਼ਾਸਤਰ ਨੂੰ, ਤੇ ਇਹਦੇ ਵਿੱਚ ਪੁਆਇੰਟ ਆ ਜਾਊਗਾ ਫਸਟ। ਹਾਂਜੀ, ਫਸਟ ਕੀ ਹੈ ਕਿ ਰਾਜ ਸਮਾਜ ਦਾ ਹੀ ਇੱਕ ਭਾਗ ਆ। ਹਾਂਜੀ, ਰਾਜ ਸ਼ੁਰੂ ਦੇ ਵਿੱਚ ਜਿਹੜੇ ਕਿ ਜਿਵੇਂ ਆਪਾਂ ਨੇ ਦੇਖਿਆ ਹੀ ਕਿ ਸਮਾਜ ਸ਼ਾਸਤਰ ਤੋਂ ਕੀ ਭਾਵ ਆ ਕਿ ਸਮਾਜ ਦਾ ਅਧਿਐਨ ਹੈ ਨਾ, ਜਿਸ ਦੇ ਵਿੱਚ ਸਾਰੇ ਭਾਗ ਆ ਜਾਣ ਤਾਂ ਰਾਜ ਉਹਦੇ ਵਿੱਚੋਂ ਹੀ ਇੱਕ। ਰਾਜ ਆਰੰਭ ਦੇ ਵਿੱਚ ਰਾਜਨੀਤਿਕ ਸੰਸਥਾ ਘੱਟ ਤੇ ਸਮਾਜਿਕ ਸੰਸਥਾ ਵਧੇਰੇ ਸੀ। ਪਹਿਲਾਂ ਰਾਜ ਤੇ ਸਮਾਜ ਦੇ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਸੀ, ਤੇ ਰਾਜ ਦੀ ਸਥਾਪਨਾ ਇਤਿਹਾਸ ਦੇ ਕਿਸੇ ਯੁੱਗ ਦੇ ਵਿੱਚ ਉਸ ਸਮੇਂ ਹੋਈ ਜਦੋਂ ਸਮਾਜਿਕ ਜੀਵਨ ਨੂੰ ਨਿਯੰਤਰਿਤ ਕਰਨ ਲਈ ਰਾਜਨੀਤਿਕ ਗਠਨ ਦੀ ਲੋੜ ਅਨੁਭਵ ਹੋਈ। ਤਾਂ ਰਾਜ ਦਾ ਵਿਕਾਸ ਆਪਾਂ ਕਹਿ ਸਕਦੇ ਕਿ ਸਮਾਜ ਤੋਂ ਬਾਹਰ ਨਹੀਂ ਸਗੋਂ ਸਮਾਜ ਦੇ ਵਿੱਚ ਹੀ ਹੋਇਆ, ਤੇ ਇਸ ਲਈ ਰਾਜ ਸਮਾਜ ਦਾ ਹੀ ਇੱਕ ਭਾਗ ਆ। ਅੱਗੇ ਹੈ ਸੈਕਿੰਡ ਪੁਆਇੰਟ, ਸਮਾਜ ਸ਼ਾਸਤਰ ਰਾਣੀ ਸ਼ਾਸਤਰ ਨੂੰ ਵਡਮੁੱਲੀ ਸਮੱਗਰੀ ਪ੍ਰਦਾਨ ਕਰਦਾ। ਹਾਂਜੀ, ਰਾਣੀ ਸ਼ਾਸਤਰ ਨੂੰ ਜਿਹੜੇ ਕਿ ਆਪਣੀ ਅਧਿਐਨ ਸਮੱਗਰੀ ਲਈ ਸਮਾਜ ਸ਼ਾਸਤਰ ਉੱਪਰ ਡਿਪੈਂਡ ਰਹਿਣਾ ਪੈਂਦਾ, ਤੇ ਰਾਜ ਦੀ ਉਤਪਤੀ, ਰਾਜ ਦੇ ਵਿਕਾਸ, ਇਸ ਦੇ ਬਦਲਦੇ ਸਰੂਪ, ਇਸ ਦੇ ਰਾਣੀ ਸੰਗਠਨ, ਇਸ ਦੇ ਲੋਕਾਂ ਤੇ ਸਮਾਜਿਕ ਸਮੂਹਾਂ ਨਾਲ ਸੰਬੰਧ ਬਾਰੇ ਜਿਹੜੇ ਕਿ ਰਾਣੀ ਸ਼ਾਸਤਰ ਨੂੰ ਵਡਮੁੱਲੀ ਜਾਣਕਾਰੀ ਸਮਾਜ ਸ਼ਾਸਤਰ ਤੋਂ ਮਿਲਦੀ ਹੈ। ਅੱਗੇ ਹੈ ਥਰਡ, ਸਮਾਜਿਕ ਹਾਲਾਤ ਰਾਜਨੀਤਿਕ ਸੰਗਠਨ ਨੂੰ ਪ੍ਰਭਾਵਿਤ ਕਰਦੇ ਨੇ। ਹਾਂਜੀ, ਨਸਲ, ਜਾਤ, ਧਰਮ, ਵੰਸ਼ ਆਦਿ ਸਮਾਜਿਕ ਤੱਥ ਨੇ। ਇਹਨਾਂ ਤੱਥਾਂ ਦਾ ਆਧੁਨਿਕ ਰਾਜਨੀਤੀ ਤੇ ਰਾਜਨੀਤਿਕ ਸੰਗਠਨ ਉੱਪਰ ਬਹੁਤ ਪ੍ਰਭਾਵ ਪੈਂਦਾ, ਤੇ ਇਸੇ ਤਰ੍ਹਾਂ ਇਤਿਹਾਸ ਦੇ ਹਰੇਕ ਯੁੱਗ ਦੇ ਵਿੱਚ ਉਸ ਸਮੇਂ ਦੇ ਸਮਾਜਿਕ ਹਾਲਾਤਾਂ ਨੇ ਜਿਹੜੇ ਕਿ ਰਾਜਨੀਤੀ ਤੇ ਸਮਾਜਿਕ ਸੰਗਠਨ ਨੂੰ ਪ੍ਰਭਾਵਿਤ ਕੀਤਾ ਹੁੰਦਾ। ਅੱਗੇ ਹੈ ਫੋਰਥ, ਸਮਾਜਿਕ ਰੀਤੀ ਰਿਵਾਜ ਰਾਜ ਦੇ ਕਾਨੂੰਨਾਂ ਦੇ ਆਧਾਰ 'ਤੇ ਨੇ। ਹਾਂਜੀ, ਹਰੇਕ ਸਮਾਜ ਦੇ ਵਿੱਚ ਰੀਤੀ ਰਿਵਾਜ ਤੇ ਪਰੰਪਰਾਵਾਂ ਪ੍ਰਚਲਿਤ ਹੁੰਦੀਆਂ ਨੇ, ਤੇ ਇਹ ਰੀਤੀ ਰਿਵਾਜ ਧਰਮ, ਨੈਤਿਕਤਾ, ਸ਼ਿਸ਼ਟਾਚਾਰ ਨਾਲ ਸੰਬੰਧਿਤ ਹੋ ਸਕਦੇ ਨੇ, ਤੇ ਲੋਕਾਂ ਦਾ ਜੀਵਨ ਅਜਿਹੇ ਰੀਤੀ ਰਿਵਾਜਾਂ ਅਨੁਸਾਰ ਹੀ ਨਿਯਮਿਤ ਹੁੰਦਾ, ਤੇ ਰਾਜ ਕਾਨੂੰਨਾਂ ਦੁਆਰਾ ਅਜਿਹੇ ਰੀਤੀ ਰਿਵਾਜਾਂ ਨੂੰ ਨਸ਼ਟ ਨਹੀਂ ਕਰਦੇ, ਸਗੋਂ ਜਿੱਥੋਂ ਤੱਕ ਸੰਭਵ ਹੋ ਸਕੇ ਇਹਨਾਂ ਰੀਤੀ ਰਿਵਾਜਾਂ ਨੂੰ ਆਪਣੇ ਕਾਨੂੰਨਾਂ ਦੇ ਮੁੱਖ ਆਧਾਰ ਬਣਾਉਂਦਾ, ਤੇ ਇਹ ਰੀਤੀ ਰਿਵਾਜ ਰਾਜ ਲਈ ਜਿਹੜੇ ਕਿ ਇੱਕ ਮਾਰਗਦਰਸ਼ਨ ਦੇ ਤੌਰ 'ਤੇ ਕੰਮ ਕਰਦੇ ਨੇ। ਹਾਂਜੀ, ਇਹ ਤਾਂ ਸੀ ਜਿਹੜੇ ਕਿ ਕੰਟਰੀਬਿਊਸ਼ਨ ਸੀ ਵੀ ਸਮਾਜ ਸ਼ਾਸਤਰ ਰਾਣੀ ਸ਼ਾਸਤਰ ਨੂੰ ਕੀ ਦੇਣ ਦਿੰਦਾ। ਸਮਾਜ ਸ਼ਾਸਤਰ ਰਾਜ ਸਮਾਜ ਦਾ ਇੱਕ ਭਾਗ ਹੈ। ਸਮਾਜ ਸ਼ਾਸਤਰ ਰਾਜਨੀਤੀ ਨੂੰ ਵਡਮੁੱਲੀ ਸਮੱਗਰੀ ਪ੍ਰਦਾਨ ਕਰਦਾ ਹੈ। ਸਮਾਜਿਕ ਹਾਲਾਤ ਰਾਜਨੀਤਿਕ ਸੰਗਠਨ ਨੂੰ ਪ੍ਰਭਾਵਿਤ ਕਰਦੇ ਨੇ, ਤੇ ਸਮਾਜਿਕ ਰੀਤੀ ਰਿਵਾਜ ਰਾਜ ਦੇ ਕਾਨੂੰਨਾਂ ਨੂੰ ਪ੍ਰਭਾਵਿਤ ਕਰਦੇ ਨੇ। ਹੁਣ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਨੂੰ ਕੀ ਦੇਣ ਦਿੰਦਾ, ਭਾਵ ਕਿ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਤੋਂ ਕੀ ਲੈਂਦਾ। ਹਾਂਜੀ, ਇਸ ਦੇ ਵਿੱਚ ਆ ਜਾਊਗਾ ਕਿ ਸਮਾਜਿਕ ਜੀਵਨ ਰਾਜ ਦੁਆਰਾ ਨਿਯੰਤਰਿਤ ਅਤੇ ਨਿਯਮਿਤ ਹੁੰਦਾ। ਹਾਂਜੀ, ਜੇ ਰਾਜ ਦੀ ਹੋਂਦ ਨਾ ਹੋਵੇ ਤਾਂ ਸੰਗਠਿਤ ਸਮਾਜਿਕ ਜੀਵਨ ਜਿਹੜੇ ਕਿ ਸੰਭਵ ਨਹੀਂ ਹੋ ਸਕਦਾ। ਇਹ ਰਾਜ ਹੀ ਹੈ ਜੋ ਸਮਾਜ ਦੇ ਸੰਗਠਨ ਨੂੰ ਨਿਯਮਿਤ ਕਰਦਾ, ਨਿਯੰਤਰਿਤ ਕਰਦਾ, ਤੇ ਰਾਜ ਦੇ ਕਾਨੂੰਨ ਹੀ ਸੁਖਾਂਤਿਕ ਸਮਾਜਿਕ ਜੀਵਨ ਨੂੰ ਸੰਭਵ ਬਣਾਉਂਦੇ ਨੇ। ਸਮਾਜਿਕ ਬੁਰਾਈਆਂ ਦਾ ਅੰਤ, ਜੇ ਸਮਾਜਿਕ ਬੁਰਾਈਆਂ ਦਾ ਅੰਤ ਨਾ ਕੀਤਾ ਜਾਵੇ ਤਾਂ ਸਮਾਜਿਕ ਜੀਵਨ ਜਿਹੜੇ ਕਿ ਅਰਾਜਕਤਾ ਤੇ ਭ੍ਰਿਸ਼ਟ ਹੋ ਜਾਊਗਾ, ਤੇ ਅਜਿਹੀਆਂ ਜਿਹੜੇ ਕਿ ਸਮਾਜਿਕ ਬੁਰਾਈਆਂ ਜੋ ਮਾਨਵਤਾ ਵਿਰੋਧੀ ਜਾਂ ਸਮਾਜ ਵਿਰੋਧੀ ਨੇ, ਦੋਨਾਂ ਬੁਰਾਈਆਂ ਦਾ ਅੰਤ ਰਾਜ ਦੇ ਕਾਨੂੰਨ ਦੁਆਰਾ ਹੀ ਕੀਤਾ ਜਾਂਦਾ, ਭਾਵ ਕਿ ਜੇ ਸਮਾਜ ਦੇ ਵਿੱਚ ਕੋਈ ਬੁਰਾਈਆਂ ਵਗੈਰਾ ਹਨ ਤਾਂ ਉਹਨਾਂ ਦਾ ਅੰਤ ਵੀ ਜਿਹੜੇ ਕਿ ਕਾਨੂੰਨ ਦੁਆਰਾ ਹੀ ਕੀਤਾ ਜਾਂਦਾ। ਤੇ ਸਮਾਜ ਸ਼ਾਸਤਰ ਅਜਿਹੀਆਂ ਬੁਰਾਈਆਂ ਦਾ ਵਿਸ਼ਲੇਸ਼ਣ ਤਾਂ ਕਰ ਸਕਦਾ, ਬਟ ਉਹਨਾਂ ਦਾ ਅੰਤ ਨਹੀਂ, ਤਾਂ ਅੰਤ ਕੌਣ ਕਰਦਾ, ਰਾਜ ਕਰਦਾ। ਅੱਗੇ ਹੈ ਸਮਾਜਿਕ ਸਮੂਹਾਂ ਤੇ ਸਮਾਜਿਕ ਸੰਸਥਾਵਾਂ ਨੂੰ ਰਾਜ ਪ੍ਰਭਾਵਿਤ ਕਰਦਾ। ਹਾਂਜੀ, ਸਮਾਜ ਦੇ ਵਿੱਚ ਜਿਹੜੇ ਸਮਾਜਿਕ ਸਮੂਹ ਨੇ ਤੇ ਸਮਾਜਿਕ ਸੰਸਥਾਵਾਂ ਦੀ ਹੋਂਦ ਰਾਜ ਦੀ ਇੱਛਾ 'ਤੇ ਨਿਰਭਰ ਕਰਦੀ ਆ। ਰਾਜ ਦੀ ਹੋਂਦ ਤੋਂ ਬਿਨਾਂ ਕਿਸੇ ਸਮਾਜਿਕ ਸਮੂਹ ਜਾਂ ਸੰਸਥਾ ਦੀ ਹੋਂਦ ਸੰਭਵ ਨਹੀਂ ਹੋ ਸਕਦੀ। ਠੀਕ ਹੈ, ਮਤਲਬ ਕਿ ਜੇ ਰਾਜ ਦੀ ਹੋਂਦ ਨਹੀਂ ਹੈਗੀ ਤਾਂ ਕੋਈ ਵੀ ਸਮਾਜਿਕ ਸੰਸਥਾ ਵੀ ਨਹੀਂ ਬਣੂਗੀ, ਤਾਂ ਨਾ ਸਮਾਜਿਕ ਸਮੂਹ ਬਣਨਗੇ, ਤੇ ਸਮਾਜਿਕ ਸਮੂਹਾਂ ਨੂੰ ਰਾਜ ਦੇ ਕਾਨੂੰਨਾਂ ਦੁਆਰਾ ਹੀ ਨਿਯਮਿਤ ਕੀਤਾ ਜਾਂਦਾ, ਨਿਯੰਤਰਿਤ ਕੀਤਾ ਜਾਂਦਾ, ਤੇ ਸਮਾਜ ਜਾਂ ਮਨੁੱਖਤਾ ਵਿਰੋਧੀ ਸਮੂਹਾਂ ਦੀ ਹੋਂਦ ਲਈ ਰਾਜ ਦੀ ਆਗਿਆ ਨਹੀਂ ਦਿੰਦਾ। ਠੀਕ ਹੈ, ਰਾਜ ਆਗਿਆ ਨਹੀਂ ਦਿੰਦਾ, ਸਗੋਂ ਅਜਿਹੇ ਸਮੂਹਾਂ ਨੂੰ ਕਾਨੂੰਨੀ ਵਿਧੀ ਅਨੁਸਾਰ ਨਸ਼ਟ ਕਰ ਦਿੰਦਾ। ਮਤਲਬ ਕਿ ਸਮਾਜ ਜਾਂ ਮਨੁੱਖਤਾ ਵਿਰੋਧੀ ਜਿਹੜੇ ਸਮੂਹ ਨੇ ਉਹਨਾਂ ਦੀ ਰਾਜ ਆਗਿਆ ਨਹੀਂ ਦਿੰਦੇ, ਬਲਕਿ ਉਹਨਾਂ ਨੂੰ ਨਸ਼ਟ ਕਰ ਦਿੰਦਾ, ਮਤਲਬ ਕਿ ਜਿਹੜੇ ਵਿਰੋਧ ਦੇ ਵਿੱਚ ਹੁੰਦੇ ਨੇ। ਹੁਣ ਇਹਨਾਂ ਦੇ ਵਿੱਚ ਅੰਤਰ ਕੀ ਹੈ, ਦੋਨਾਂ ਦੇ ਵਿੱਚ ਬੇਸ਼ੱਕ ਕਾਫੀ ਗਹਿਰਾ ਸੰਬੰਧ ਆ, ਫਿਰ ਵੀ ਅੰਤਰ ਕੀ ਆ, ਸਰੂਪ ਦੇ ਵਿੱਚ ਅੰਤਰ, ਵਿਸ਼ੇ ਵਸਤੂ ਅੰਤਰ ਤਿੰਨਾਂ ਦੇ ਵਿੱਚ ਸੇਮ ਆ, ਚਾਹੇ ਇਤਿਹਾਸ ਦੇ ਵਿੱਚ ਲਾ ਲਓ, ਚਾਹੇ ਤੁਸੀਂ ਜਿਹੜੇ ਕਿ ਸਮਾਜ ਸ਼ਾਸਤਰ ਨਾਲ ਲਾ ਲਓ, ਚਾਹੇ ਅਰਥ ਸ਼ਾਸਤਰ ਨਾਲ ਲਾ ਲਓ, ਸਾਰਿਆਂ ਦੇ ਵਿੱਚ ਪੁਆਇੰਟ ਅੰਤਰ ਵਾਲੇ ਸੇਮ ਆਉਣਗੇ, ਸਰੂਪ ਦੇ ਵਿੱਚ, ਵਿਸ਼ਾ ਵਸਤੂ ਦੇ ਵਿੱਚ, ਖੇਤਰ ਦੇ ਵਿੱਚ। ਹਾਂਜੀ, ਸਰੂਪ ਦੇ ਵਿੱਚ ਸਧਾਰਨ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਸ਼ਾਸਤਰ ਸਮਾਜਿਕ ਵਿਗਿਆਨ ਹੈ। ਠੀਕ ਹੈ, ਸਮਾਜ ਦਾ ਅਧਿਐਨ ਕਰਦਾ, ਤੇ ਇਹ ਜੀਵਨ ਦੇ ਹਰੇਕ ਪਹਿਲੂ ਨਾਲ ਸੰਬੰਧਿਤ ਹੈ। ਤੇ ਰਾਜਨੀਤਿਕ ਸ਼ਾਸਤਰ ਇੱਕ ਵਿਸ਼ਿਸ਼ਟ ਵਿਗਿਆਨ ਹੈ ਜਿਹਦਾ ਸੰਬੰਧ ਮਨੁੱਖੀ ਜੀਵਨ ਦੇ ਰਾਜਨੀਤਿਕ ਪਹਿਲੂ ਨਾਲ ਆ। ਵਿਸ਼ੇ ਵਸਤੂ ਦੇ ਵਿੱਚ ਇਹਨਾਂ ਦੋਨਾਂ 'ਚ ਅੰਤਰ ਹੈ। ਸਮਾਜ ਸ਼ਾਸਤਰ ਦਾ ਵਿਸ਼ਾ ਸਮਾਜ ਹੈ, ਜਦਕਿ ਰਾਣੀ ਸ਼ਾਸਤਰ ਦਾ ਮੁੱਖ ਵਿਸ਼ਾ ਰਾਜ ਹੈ।
ਖੇਤਰ ਦੇ ਵਿੱਚ ਵੀ ਸਮਾਜ ਸ਼ਾਸਤਰ ਦਾ ਖੇਤਰ ਰਾਣੀ ਸ਼ਾਸਤਰ ਦੇ ਖੇਤਰ ਨਾਲੋਂ ਜ਼ਿਆਦਾ ਵਿਸ਼ਾਲ ਹੈ, ਕਿਉਂਕਿ ਸਮਾਜ ਸ਼ਾਸਤਰ ਜੀਵਨ ਦੇ ਹਰ ਪੱਖ ਦਾ ਅਧਿਐਨ ਕਰਦਾ, ਜਦਕਿ ਜਿਹੜੇ ਕਿ ਰਾਣੀ ਸ਼ਾਸਤਰ ਉਹ ਸਿਰਫ ਕਾਨੂੰਨੀ ਤੌਰ 'ਤੇ, ਸਿਰਫ ਜਿਹੜਾ ਕਾਨੂੰਨ ਦੁਆਰਾ ਜਾਂ ਕਾਨੂੰਨੀ ਦਾਇਰੇ ਦੇ ਅੰਦਰ ਆਉਂਦਾ, ਸਿਰਫ ਉਹਦਾ ਅਧਿਐਨ ਕਰਦਾ। ਸਮਾਜ ਸ਼ਾਸਤਰ, ਫੋਰਥ ਪੁਆਇੰਟ ਹੈ, ਸਮਾਜ ਸ਼ਾਸਤਰ ਰਾਣੀ ਸ਼ਾਸਤਰ ਨਾਲੋਂ ਪਹਿਲਾਂ। ਹਾਂਜੀ, ਜਨਮ ਦੇ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਸਮਾਜ ਸ਼ਾਸਤਰ ਪਹਿਲਾਂ ਆਇਆ ਰਾਣੀ ਸ਼ਾਸਤਰ ਨਾਲੋਂ, ਬਹੁਤ ਪੁਰਾਣਾ, ਕਿਉਂਕਿ ਜੇ ਸਮਾਜ ਸ਼ਾਸਤਰ ਦਾ ਜਨਮ ਮਨੁੱਖੀ ਜੀਵਨ ਦੇ ਜਨਮ ਦੇ ਨਾਲ ਹੀ ਹੋਇਆ ਮੰਨਿਆ ਜਾਂਦਾ, ਅਤੇ ਇਸ ਦੇ ਉਲਟ ਜਿਹੜਾ ਰਾਣੀ ਸ਼ਾਸਤਰ ਉਹ ਉਸ ਸਮੇਂ ਹੋਂਦ ਦੇ ਵਿੱਚ ਆਇਆ ਜਦੋਂ ਇਸ ਨੂੰ ਸੰਗਠਿਤ ਕਰਨ ਦੀ ਜ਼ਰੂਰਤ ਪਈ। ਠੀਕ ਹੈ, ਸੋ ਇਹ ਸੀ ਤੁਹਾਡੇ ਦੋਨੋਂ ਟੌਪਿਕ। ਫਿਰ ਐਂਡ ਦੇ ਵਿੱਚ ਸਿੱਟਾ ਕੱਢਣਾ। ਥੈਂਕਸ।